YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਨੀਚੇ ਦਿੱਤੇ ਗਏ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਸਾਡੀਆਂ ਸਾਰੀਆਂ ਅਪਡੇਟਸ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਹੈਲੋ ਸਾਰਿਆਂ ਨੂੰ, ਜੈ ਬਾਬਾ ਜੀ ਦੀ। ਮੈਂ ਤੁਹਾਡਾ ਆਪਣਾ ਕੁਲਵਿੰਦਰ ਮੂਸਾਪੁਰੀਆ। ਅੱਜ ਜੇਠਾ ਐਤਵਾਰ ਹੈ। ਜੇਠੇ ਐਤਵਾਰ ਦੀਆਂ ਸਭ ਤੋਂ ਪਹਿਲਾਂ ਦੁਨੀਆ ਭਰ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਬਹੁਤ ਸਾਰੀਆਂ ਵਧਾਈਆਂ। ਅੱਜ ਮੈਂ ਤੁਹਾਡੇ ਨਾਲ ਕੋਈ ਲੋਕਡਾਊਨ ਬਾਰੇ, ਕਰੋਨਾ ਵਾਇਰਸ ਬਾਰੇ ਕੁਝ ਗੱਲਾਂ ਮੇਰੇ ਮਨ ਦੇ ਵਿੱਚ ਆਈਆਂ। ਮੈਂ ਕਿਹਾ ਮੈਂ ਤੁਹਾਡੇ ਨਾਲ ਗੱਲਾਂ ਕਰਾਂ। ਸੋ ਅੱਜ ਮੈਂ ਇਸ ਕਰਕੇ ਆਪਣੇ ਚੈਨਲ ਦੇ ਥਰੂ ਤੁਹਾਡੇ ਨਾਲ ਕੁਝ ਸਾਂਝਾ ਪਾਉਣ ਜਾ ਰਿਹਾ। ਉਮੀਦ ਹੈ ਤੁਸੀਂ ਸਾਰੇ ਜਾਣੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ। ਇਹ ਜਿਹੜਾ ਕਰੋਨਾ ਵਾਇਰਸ ਹੈ, ਜਿਹਨੇ ਪੂਰੀ ਦੁਨੀਆ ਦੇ ਵਿੱਚ ਸਾਰੀ ਦੁਨੀਆ ਨੂੰ ਹੀ ਹਿਲਾ ਕੇ ਰੱਖ ਦਿੱਤਾ। ਭਾਰਤ ਦੇ ਵਿੱਚ ਵੀ, ਸਾਡੇ ਹਿੰਦੁਸਤਾਨ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ। ਸੋ ਬਹੁਤ ਸਾਰੇ ਲੋਕ, ਪੂਰੀ ਦੁਨੀਆ, ਪੂਰਾ ਵਰਲਡ ਹੀ ਜਿਹੜਾ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਬੈਠਾ ਆ। ਇਹ ਜਿਹੜਾ ਟਾਈਮ ਹੈ, ਇਹ ਸਾਡੇ ਲਈ ਕੋਈ ਇੰਜੋਇਮੈਂਟ ਕਰਨ ਦਾ ਟਾਈਮ ਨਹੀਂ ਹੈਗਾ, ਕੋਈ ਪਿਕਨਿਕ ਦਾ ਟਾਈਮ ਨਹੀਂ ਹੈਗਾ, ਕੋਈ ਅਸੀਂ ਛੁੱਟੀਆਂ ਨਹੀਂ ਮਨਾ ਰਹੇ ਵੀ ਆਪਣੇ ਘਰਾਂ ਦੇ ਵਿੱਚ ਬੈਠ ਕੇ ਅਸੀਂ ਸਰਕਾਰ ਦਾ ਸਾਥ ਦੇਣਾ ਆ, ਅਸੀਂ ਆਪਣੀ ਗੌਰਮੈਂਟ ਦਾ ਸਾਥ ਦੇਣਾ। ਸਾਡੇ ਮਾਨਨੀय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰ-ਬਾਰ ਸਾਨੂੰ ਇਹ ਗੱਲ ਸਮਝਾ ਰਹੇ ਆ ਵੀ ਤੁਸੀਂ ਪਲੀਜ਼ ਆਪਣੇ ਘਰਾਂ ਦੇ ਵਿੱਚ ਬੈਠੋ, ਬਾਹਰ ਨਾ ਨਿਕਲੋ। ਉਹਦੇ ਵਿੱਚ ਹੀ ਸਾਡੀ ਭਲਾਈ ਹੈ। ਅਸੀਂ ਤਦ ਹੀ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ, ਆਪਣੇ ਦੇਸ਼ ਨੂੰ ਬਚਾ ਸਕਦੇ ਹਾਂ, ਜੇ ਅਸੀਂ ਆਪਣੇ ਘਰ ਦੇ ਅੰਦਰ ਬੈਠੇ। ਦੂਸਰੀ ਗੱਲ, ਸਾਡੇ ਦੇਸ਼ ਦੀ ਜਿਹੜੀ ਆਬਾਦੀ ਆ ਉਹ ਦੇਖ ਲਓ ਕਿੰਨੀ ਹੈ। 135 ਕਰੋੜ ਦੇ ਨੇੜੇ ਤੇੜੇ ਸਾਡੇ ਮੁਲਕ ਦੀ ਜਿਹੜੀ ਆ ਆਬਾਦੀ ਹੈ। ਜੇ ਅਸੀਂ ਇਸ ਚੀਜ਼ ਦਾ ਪਾਲਣ ਨਹੀਂ ਕਰਦੇ ਤਾਂ ਜਿੱਦਾਂ ਚੀਨ ਨੇ ਇਹਨੂੰ ਹਲਕੇ 'ਚ ਲਿਆ, ਈਰਾਨ ਨੇ ਇਹਨੂੰ ਹਲਕੇ 'ਚ ਲਿਆ, ਅਮਰੀਕਾ ਨੇ ਇਹਨੂੰ ਹਲਕੇ ਦੇ ਵਿੱਚ ਲਿਆ। ਦੇਖੋ ਅੱਜ ਉਹ ਕਿੱਡੀ ਵੱਡੀ ਇਸ ਲੜਾਈ ਦੇ ਵਿੱਚ ਉਹਨਾਂ ਨੇ ਹਥਿਆਰ ਸੁੱਟ ਦਿੱਤੇ। ਸੋ ਸਾਨੂੰ ਬਹੁਤ ਟਾਈਮ ਦੇ ਉੱਤੇ, ਬੜੇ ਚੰਗੇ ਟਾਈਮ ਦੇ ਉੱਤੇ ਸਾਡੀ ਗੌਰਮੈਂਟ ਨੇ ਇਹ ਫੈਸਲਾ ਲਿਆ ਲੋਕਡਾਊਨ ਦਾ, ਕਿਉਂਕਿ ਸਾਡੇ ਕੋਲ ਉਹ ਵਿਵਸਥਾ ਨਹੀਂ ਹੈਗੀ ਜਿਹੜੀ ਵਿਵਸਥਾ ਜਿਹੜੀ ਬਾਹਰ ਹੈ। ਉਹਨਾਂ ਕੋਲ ਕਿਸ ਚੀਜ਼ ਦੀ ਕਮੀ ਹੈ? ਨਾ ਉਹਨਾਂ ਕੋਲ ਪੈਸੇ ਦੀ ਕਮੀ ਆ, ਨਾ ਉਹਨਾਂ ਦੇ ਕੋਲੇ ਸਾਇੰਸ ਦੀ ਕਮੀ ਆ। ਹਰ ਚੀਜ਼ ਉਹਨਾਂ ਦੇ ਕੋਲ ਜਿਹੜੀ ਆ ਉਹ ਸਾਡੇ ਤੋਂ 100 ਸਾਲ ਜਿਹੜੇ ਆ ਐਡਵਾਂਸ ਚੱਲ ਰਹੇ ਆ। ਜੇ ਉਹ ਐਡੀ ਵੱਡੀ ਉਹ ਹਾਰ ਮੰਨ ਸਕਦੇ ਆ, ਫਿਰ ਅਸੀਂ ਕਿੱਥੇ ਖੜੇ ਆ? ਸੋ ਜੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਾਰੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ 3 ਮਈ ਤੱਕ, ਕਿਉਂਕਿ ਪਹਿਲਾਂ 22 ਮਾਰਚ ਦਾ ਜਿਹੜਾ ਲੋਕਡਾਊਨ ਸੀਗਾ 1 ਦਿਨ ਦਾ, ਜਿਹਦਾ ਨਾਂ ਸੀਗਾ ਜਨਤਾ ਕਰਫਿਊ, ਉਸ ਤੋਂ ਬਾਅਦ 21 ਦਿਨਾਂ ਦਾ ਲੋਕਡਾਊਨ ਜਿਹੜਾ ਹੋਇਆ, ਔਰ ਉਸ ਤੋਂ ਬਾਅਦ ਫਿਰ 3 ਮਈ ਤੱਕ ਜਿਹੜਾ ਹੁਣ ਲੋਕਡਾਊਨ ਚੱਲ ਰਿਹਾ। ਸੋ ਅਗਰ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਾਰੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਹੋ ਤਾਂ 3 ਮਈ ਤੱਕ ਪਲੀਜ਼ ਆਪਣੇ ਘਰਾਂ ਦੇ ਵਿੱਚ ਰਹੋ, ਤਾਂ ਕਿ ਇਹਦੀ ਰੋਕਥਾਮ ਲੱਗ ਸਕੇ, ਇਹ ਅੱਗੇ ਨਾ ਵਧੇ। ਔਰ ਇਹਦਾ ਸਲਿਊਸ਼ਨ ਇੱਕੋ ਹੀ ਹੈ ਕਿ ਤੁਸੀਂ ਕਿਸੇ ਦੇ ਵਿੱਚ ਸੰਪਰਕ ਦੇ ਵਿੱਚ ਨਾ ਆਓ, ਕਿਸੇ ਨੂੰ ਮਿਲੋ ਨਾ। ਔਰ ਜਿਹੜੀ ਜ਼ਰੂਰਤ ਦੀ ਚੀਜ਼ ਆ ਸਿਰਫ ਉਹਨੂੰ ਲੈਣ ਦੇ ਲਈ ਤੁਸੀਂ ਘਰੋਂ ਬਾਹਰ ਜਾ ਸਕਦੇ ਹੋ। ਉੱਦਾਂ ਤੁਸੀਂ ਬਿਲਕੁਲ ਵੀ ਬਾਹਰ ਨਾ ਨਿਕਲੋ, ਕਿਉਂਕਿ ਇਹ ਇੱਕ ਐਸਾ ਦੁਸ਼ਮਣ ਹੈ, ਇਹਦੀ ਅਸੀਂ ਪਹਿਚਾਣ ਵੀ ਨਹੀਂ ਸਕਦੇ ਕਿਹੜਾ ਬੰਦਾ ਇਹਦੇ ਨਾਲ ਗ੍ਰਸਤ ਹੈਗਾ। ਸੋ ਤੁਸੀਂ ਸਾਰੇ ਜਾਣੇ ਸਰਕਾਰ ਦੀਆਂ ਦੱਸੀਆਂ ਹੋਈਆਂ ਜਿਹੜੀਆਂ ਨੀਤੀਆਂ ਨੇ, ਬਾਰ-ਬਾਰ ਸਾਡੀ ਗੌਰਮੈਂਟ, ਸਾਡੇ ਨਿਊਜ਼ ਚੈਨਲ, ਸਾਡੇ ਪੋਲੀਟੀਕਲ ਲੋਕ ਬਾਰ-ਬਾਰ ਸਾਨੂੰ ਇਹ ਸਮਝਾ ਰਹੇ ਆ ਪਲੀਜ਼ ਆਪਣੇ ਘਰਾਂ 'ਚ ਰਹੋ, ਆਪਣੇ ਘਰਾਂ 'ਚ ਰਹੋ। 2-3 ਦਿਨ ਲਗਾਤਾਰ ਜਦੋਂ ਲੋਕਡਾਊਨ ਹੋਇਆ, ਬਾਹਰ ਬਹੁਤ ਸਾਰੇ ਲੋਕਾਂ ਨੇ ਦੇਖਿਆ ਯਾਰ ਬਾਹਰ ਕੋਈ ਹੈ ਤਾਂ ਨਹੀਂ, ਬਾਹਰ ਦਾ ਕੀ ਮਾਹੌਲ ਹੈ। ਸਰਕਾਰ ਨੇ ਜੋ ਸਾਡੀ ਪੁਲਿਸ ਨੂੰ ਆਰਡਰ ਕੀਤੇ ਹੋਏ ਸੀ, ਉਹਦੇ ਨਾਲ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੋਈ ਆ ਵੀ ਇਹ ਸਾਡੇ ਨਾਲ ਪੁਲਿਸ ਜਿਹੜੀ ਆ ਸਾਡੇ ਨਾਲ ਸਹੀ ਵਰਤਾਵ ਨਹੀਂ ਕਰ ਰਹੀ। ਪਰ ਜਿਸ ਹਿਸਾਬ ਨਾਲ ਮਾਹੌਲ ਚੱਲ ਰਿਹਾ, ਅਗਰ ਉਹ ਸਖਤੀ ਨਾ ਵਰਤਦੇ ਤਾਂ ਸ਼ਾਇਦ ਸਾਡਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਣਾ ਸੀਗਾ। ਤੁਸੀਂ ਦੇਖਦੇ ਹੋ ਕਿੰਨੇ ਡਾਕਟਰਸ, ਕਿੰਨੇ ਪੁਲਿਸ ਆਫੀਸਰ ਜਿਹੜੇ ਆ ਇਹਦੀ ਚਪੇਟ ਦੇ ਵਿੱਚ ਆ ਗਏ ਆ, ਪਰ ਉਹ ਸਾਡੀ ਖਾਤਰ ਆਪਣਾ ਪਰਿਵਾਰ ਛੱਡ ਕੇ, ਆਪਣਾ ਘਰ ਛੱਡ ਕੇ, ਆਪਣੇ ਬੱਚਿਆਂ ਨੂੰ ਛੱਡ ਕੇ ਉਹ ਸਾਡੀ ਖਾਤਰ ਉਹ ਪਹਿਰਾ ਦੇ ਰਹੇ ਆ। ਜੇ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਹਲਕੇ ਵਿੱਚ ਲੈਂਦੇ ਹਾਂ
ਦੇਖੋ ਉਹ ਕਿੰਨੀਆਂ ਵੱਡੀਆਂ ਕੰਟਰੀਆਂ ਨੇ, ਉਹਨਾਂ ਨੇ ਹਲਕੇ ਚ ਲਿਆ। ਈਰਾਨ ਨੇ, ਚੀਨ ਨੇ, ਅਮਰੀਕਾ ਨੇ ਹਲਕੇ ਚ ਲਿਆ। ਦੇਖੋ ਅੱਜ ਉਹ ਕਿੰਨੀ ਵੱਡੀ ਮੁਸ਼ਕਲ ਦੇ ਵਿੱਚੋਂ ਗੁਜ਼ਰ ਰਹੇ ਆ। ਸੋ ਪਲੀਜ਼ ਤੁਸੀਂ ਸਾਰੇ ਜਾਣੇ ਸਰਕਾਰ ਦਾ ਸਾਥ ਦਿਓ। ਉਹ ਸਾਨੂੰ ਕੋਈ ਬਾਰਡਰ ਦੇ ਉੱਤੇ ਰਫਲ ਜਾਂ ਦੁਨਾਲੀ ਲੈ ਕੇ ਖਾਣ ਵਾਸਤੇ ਨਹੀਂ ਕਹਿ ਰਹੇ। ਉਹ ਕਹਿੰਦੇ ਨੇ ਤੁਸੀਂ ਆਪਣੇ ਘਰ ਦੇ ਵਿੱਚ ਰਹੋ। ਬਸ ਤੁਸੀਂ ਅੱਜ ਦੇਸ਼ ਦੇ ਸਿਪਾਹੀ ਹੋ। ਇਹ ਲੜਾਈ ਅਸੀਂ ਅੰਦਰ ਵੜ ਕੇ ਲੜਨੀ ਆ। ਪਹਿਲੀ ਲੜਾਈ ਆ ਜਿਹੜੀ ਅਸੀਂ ਘਰਾਂ ਦੇ ਵਿੱਚ ਬੈਠ ਕੇ ਲੜ ਰਹੇ ਹਾਂ। ਸੋ ਇਸ ਲਈ ਸਾਡਾ ਘਰ ਦੇ ਵਿੱਚ ਰਹਿਣਾ ਹੀ ਜਿਹੜਾ ਆ ਉਹ ਉਹਦੇ ਵਿੱਚ ਹੀ ਸਾਡੀ ਸਾਰਿਆਂ ਦੀ ਭਲਾਈ ਹੈ। ਕਿਉਂਕਿ ਸਾਡੀ ਮੁਲਕ ਦੀ ਆਬਾਦੀ ਬਹੁਤ ਵੱਡੀ ਹੈ। ਦੁਨੀਆ ਦੇ ਵਿੱਚ ਸੈਕੰਡ ਪੋਜੀਸ਼ਨ ਸਾਡੀ ਹੈ ਚੀਨ ਤੋਂ ਬਾਅਦ। ਇਸ ਲਈ ਪੂਰੀ ਦੁਨੀਆ ਦੇ ਨਜ਼ਰਾਂ ਸਾਡੇ ਤੇ ਟਿਕੀਆਂ ਹੋਈਆਂ ਵੀ ਇੰਡੀਆ ਦਾ ਕੀ ਹੋਏਗਾ, ਭਾਰਤ ਦਾ ਕੀ ਹੋਏਗਾ। ਸੋ ਪਲੀਜ਼ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ। ਕਿਉਂਕਿ ਸਾਡੇ ਅਜੇ ਜੇ ਥਰਡ ਸਟੇਜ ਦੇ ਉੱਤੇ ਇਹ ਮਹਾਮਾਰੀ ਜਿਹੜੀ ਫੈਲ ਜਾਂਦੀ ਆ ਤਾਂ ਇਹਨੂੰ ਰੋਕਣਾ ਬਹੁਤ ਮੁਸ਼ਕਿਲ ਹੈ। ਕਿਉਂਕਿ ਸੈਕੰਡ ਦੇ ਵਿੱਚ ਕੀ ਹੈ, ਉਹ ਲੋਕ ਜਿਹੜੇ ਲੋਕ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ, ਸਿਰਫ ਉਹਨਾਂ ਦਾ ਪਤਾ ਕਰਨਾ, ਉਹਨਾਂ ਦਾ ਇਲਾਜ ਕਰਨਾ। ਜੇ ਉਹੀ ਲੋਕ ਦੂਸਰੇ ਲੋਕਾਂ ਦੇ ਨਾਲ ਮਿਲਦੇ ਆ ਤਾਂ ਫਿਰ ਕੀ ਹਾਲ ਹੋਏਗਾ, ਉਹ ਅਸੀਂ ਉਹਦੇ ਬਾਰੇ ਸੋਚ ਵੀ ਨਹੀਂ ਸਕਦੇ। ਐਡਾ ਵੱਡਾ ਸਾਡਾ ਨੁਕਸਾਨ ਹੋ ਜਾਏਗਾ। ਅਗਰ ਇੱਕ ਦੂਸਰੇ ਦੇ ਨਾਲ ਲੋਕ ਮਿਲਦੇ ਆ ਤਾਂ ਫਿਰ ਇਹ ਹਜ਼ਾਰਾਂ ਲੋਕਾਂ ਦੇ ਵਿੱਚ ਇਹ ਫੈਲ ਜਾਏਗਾ। ਤਾਂ ਫਿਰ ਸਾਡੇ ਕੋਲ ਕੋਈ ਐਡੀ ਵੱਡੀ ਸਿਸਟਮ ਨਹੀਂ ਹੈਗਾ ਜਿਹਦੇ ਨਾਲ ਅਸੀਂ ਇਸ ਚੀਜ਼ ਦੇ ਉੱਤੇ ਕਾਬੂ ਪਾ ਸਕੀਏ। ਸੋ ਪਲੀਜ਼ ਘਰੇ ਰਹੋ। ਬਾਰ-ਬਾਰ ਸਰਕਾਰ ਦੀ ਸਾਨੂੰ ਅਪੀਲ ਹੈ, ਘਰੇ ਰਹੋ, ਆਪਣੇ ਘਰੇ ਰਹੋ। ਅਗਰ ਅਸੀਂ ਲੋਕਾਂ ਨੂੰ ਮਿਲਦੇ ਹਾਂ ਬਾਹਰ ਇੱਕ ਦੂਸਰੇ ਨਾਲ ਮਿਲਦੇ ਹਾਂ ਤਾਂ ਸਾਨੂੰ ਕੀ ਪਤਾ ਲੱਗਣਾ ਕਿਹੜਾ ਬੰਦਾ ਸੰਕਰਮਿਤ ਹੈਗਾ। ਅਸੀਂ ਕਿਸੇ ਦਾ ਗੈਸ ਤਾਂ ਕਰ ਨਹੀਂ ਸਕਦੇ ਕਿਉਂਕਿ ਇਹਦੇ ਲੱਛਣ ਕੁਝ ਦਿਖਾਈ ਤਾਂ ਦਿੰਦੇ ਨਹੀਂ ਹੈਗੇ। ਕਿਉਂਕਿ ਇਹਦੇ ਜਿਹੜੇ ਸਿੰਪਟਮ ਆ ਉਹ 14 ਦਿਨਾਂ ਦੇ ਬਾਅਦ ਪਤਾ ਲੱਗਦਾ। ਅਗਰ ਉਹ ਲੋਕ ਜਿਹੜੇ ਆ ਇੱਕ ਦੂਸਰੇ ਨਾਲ ਸੰਪਰਕ ਕਰਦੇ ਜਾਣਗੇ ਤਾਂ ਫਿਰ ਇਹਦਾ ਹੱਲ ਹੈ, ਕੋਈ ਹੱਲ ਨਹੀਂ ਹੈਗਾ। ਸੋ ਸਿਰਫ ਔਰ ਸਿਰਫ ਤੁਸੀਂ ਕਿਸੇ ਦੇ ਸੰਪਰਕ ਦੇ ਵਿੱਚ ਨਾ ਆਓ। ਸਿਰਫ ਤੁਸੀਂ ਆਪਣੇ ਆਪ ਨੂੰ ਆਪਣੇ ਘਰ ਦੇ ਵਿੱਚ ਜਿੱਦਾਂ ਮਰਜ਼ੀ ਰੱਖੋ। ਲੋਕਡਾਊਨ ਦਾ ਮਤਲਬ ਹੈਗਾ ਅਸੀਂ ਆਪਣੇ ਘਰ ਦੇ ਵਿੱਚ ਰਹਿਣਾ, ਕਿਸੇ ਨੂੰ ਮਿਲਣਾ ਨਹੀਂ। ਪਤਾ ਨਹੀਂ ਲੋਕ ਕਿਉਂ ਨਹੀਂ ਸਮਝ ਰਹੇ ਇਸ ਗੱਲ ਨੂੰ। ਬਾਹਰ ਲੋਕ ਫਿਰਦੇ ਆ। ਲੋਕਡਾਊਨ ਦਾ ਮਤਲਬ ਤਾਂ ਇਹੀ ਹੈ ਵੀ ਤੁਸੀਂ ਆਪਣੇ ਘਰ ਦੇ ਵਿੱਚ ਰਹਿਣਾ, ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ। ਪਤਾ ਨਹੀਂ ਲੋਕ ਕਿਉਂ ਨਹੀਂ ਸਮਝ ਰਹੇ। ਦੇਸ਼ ਨੂੰ ਬਚਾਉਣ ਤੋਂ ਪਹਿਲਾਂ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਅਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਤੇ ਆਪਣੇ ਲੋਕਾਂ ਨੂੰ ਬਚਾਈਏ। ਬਸ ਹੁਣ ਅਸੀਂ ਚੀਨ ਦੀ ਗੱਲ ਕਰਦੇ ਹਾਂ, ਈਰਾਨ ਦੀ ਗੱਲ ਕਰਦੇ ਹਾਂ, ਅਮਰੀਕਾ ਦੀ ਗੱਲ ਕਰਦੇ ਹਾਂ। ਉਹਨਾਂ ਨੇ ਬੜਾ ਹਲਕਾ ਲਿਆ, ਬੜਾ ਲਾਈਟਲੀ ਲਿਆ ਇਸ ਚੀਜ਼ ਨੂੰ। ਪਾਰਟੀਆਂ ਕਰਦੇ ਰਹੇ, ਇੱਕ ਦੂਸਰੇ ਨੂੰ ਮਿਲਦੇ ਰਹੇ, ਮੈਰਿਜ ਫੰਕਸ਼ਨ ਅਟੈਂਡ ਕਰਦੇ ਰਹੇ। ਤਾਂ ਦੇਖ ਲਓ ਅੱਜ ਸਥਿਤੀ ਕੀ ਹੈਗੀ ਹੈ। ਸੋ ਇਹਨੂੰ ਸਾਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਅਸੀਂ ਐਡੇ ਵੱਡੀ ਸਾਡੇ ਕੋਲ ਸਿਸਟਮ ਨਹੀਂ ਹੈਗਾ ਜਿਹਦੇ ਨਾਲ ਅਸੀਂ ਇਹਦੇ ਨਾਲ ਲੜਾਈ ਕਰ ਸਕੀਏ। ਉਹ ਲੋਕ ਹਰ ਇੱਕ ਇੰਜੋਏ ਕਰ ਰਹੇ ਸੀਗੇ, ਸ਼ਰੇਆਮ ਘੁੰਮੀ ਜਾ ਰਹੇ ਸੀਗੇ। ਅੱਜ ਦੇਖ ਲਓ ਉੱਥੇ ਲੱਖਾਂ ਦੀ ਸੰਖਿਆ ਦੇ ਵਿੱਚ ਇਸ ਬਿਮਾਰੀ ਦੇ ਨਾਲ ਪੀੜਤ ਨੇ ਤੇ ਹਜ਼ਾਰਾਂ ਲੋਕ ਜਿਹੜੇ ਆ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਕਿਉਂਕਿ ਉਹਨਾਂ ਨੇ ਲਾਈਟਲੀ ਲਿਆ। ਅੱਜ ਉਹ ਇਹਦਾ ਨਤੀਜਾ ਭੁਗਤ ਰਹੇ ਆ। ਸੋ ਅਸੀਂ ਲੋਕਾਂ ਨੇ ਇਸ ਚੀਜ਼ ਨੂੰ, ਸਾਡੇ ਕੋਲ ਬਹੁਤ ਵਧੀਆ ਟਾਈਮ ਦੇ ਉੱਤੇ ਸਾਡੀ ਗੌਰਮੈਂਟ ਨੇ ਇਹ ਸਟੈਪ ਚੱਕਿਆ। ਸੋ ਸਾਨੂੰ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਅਸੀਂ ਦੇਖ ਰਹੇ ਹਾਂ ਸਾਨੂੰ ਗੌਰਮੈਂਟ ਦੀਆਂ ਗੱਲਾਂ ਦੇ ਉੱਤੇ ਬਿਲਕੁਲ ਪੂਰੇ ਉਤਰਨਾ ਚਾਹੀਦਾ। ਉਹ ਇੰਨੇ ਐਡਵਾਂਸ ਲੋਕ ਆ, ਤਰੱਕੀ ਦੀ ਰਾਹ ਦੇ ਉੱਤੇ
ਸਾਰਿਆਂ ਤੋਂ ਇੱਕ ਨੰਬਰ ਦੇ ਉੱਤੇ ਪੋਜੀਸ਼ਨ ਤੇ ਹੈਗੇ ਆ। ਉਹ ਬਹੁਤ ਐਡਵਾਂਸ ਕੰਟਰੀਆਂ ਨੇ ਤੇ ਅਸੀਂ ਕਿੱਥੇ ਖੜੇ ਆ। ਜੇ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਹਿੰਦੁਸਤਾਨ ਦੀ ਗੱਲ ਕਰਦੇ ਹਾਂ, ਤਾਂ 10 ਲੋਕਾਂ ਦੇ ਲਈ ਵੀ ਇੱਕ ਬੈੱਡ ਨਹੀਂ ਮਿਲੇਗਾ। ਇਹ ਕੋਈ ਗੱਲ ਦੋ ਰਾਏ ਨਹੀਂ ਹੈਗੀ, ਤੁਸੀਂ ਸਾਰੇ ਜਾਣਦੇ ਹੋ। ਐਸੇ ਹਾਲਾਤਾਂ ਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ, ਬਹੁਤ ਲੋਕ ਮਾਰੇ ਜਾਣਗੇ, ਤਾਂ ਇਹਦੇ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ, ਕੋਈ ਹੋਰ ਨਹੀਂ ਹੋਏਗਾ, ਅਸੀਂ ਹੋਵਾਂਗੇ ਇਹਦੇ ਜ਼ਿੰਮੇਦਾਰ। ਕਿਉਂਕਿ ਇਹਦੀ ਕੋਈ ਵੈਕਸੀਨ ਨਹੀਂ ਹੈਗੀ, ਕੋਈ ਦਵਾਈ ਨਹੀਂ ਹੈਗੀ। ਅਸੀਂ ਸਿਰਫ ਜਾਗਰੂਕ ਕਰਕੇ ਆਪਣੇ ਲੋਕਾਂ ਨੂੰ ਬਚਾ ਸਕਦੇ ਹਾਂ, ਆਪਣਿਆਂ ਨੂੰ ਬਚਾ ਸਕਦੇ ਹਾਂ। ਸੋ ਪਲੀਜ਼ ਤੁਸੀਂ ਸਾਰੇ ਜਾਣੇ ਆਪਣਿਆਂ ਨੂੰ ਬਚਾ ਲਓ, ਆਪਣੇ ਲੋਕਾਂ ਨੂੰ ਬਚਾ ਲਓ। ਬਾਰਡਰ ਤੇ ਤਾਂ ਅਸੀਂ ਜਾ ਨਹੀਂ ਰਹੇ ਹਨਾ, ਸਿਰਫ ਆਪਣੇ ਲੋਕਾਂ ਨੂੰ ਬਚਾਉਣਾ ਘਰ ਦੇ ਵਿੱਚ ਰਹਿ ਕੇ। ਇੰਨਾ ਕੁ ਤਾਂ ਕਰ ਸਕਦੇ ਹੋ ਨਾ ਤੁਸੀਂ। ਕਿਉਂ ਸਾਡੇ ਦੇਸ਼ ਦਾ ਤਮਾਸ਼ਾ ਬਣਾ ਰਹੇ ਹੋ, ਪੁਲਿਸ ਵਾਲੇ ਕੁੱਟ ਰਹੇ ਆ। ਇਹ ਸਾਡੇ ਦੇਸ਼ ਦਾ ਕੋਈ ਬਹੁਤ ਵਧੀਆ ਮੈਸੇਜ ਨਹੀਂ ਦੁਨੀਆ ਦੇ ਵਿੱਚ ਜਾ ਰਿਹਾ। ਸੋ ਪਲੀਜ਼ ਤੁਸੀਂ ਸਾਰੇ ਜਾਣੇ ਸਰਕਾਰ ਦੇ ਦੱਸੇ ਹੋਏ ਨਿਯਮ ਦੇ ਉੱਤੇ, ਸਰਕਾਰ ਦੇ ਦੱਸੇ ਹੋਏ ਆਦੇਸ਼ਾਂ ਦੇ ਉੱਤੇ ਹਰ ਚੀਜ਼ ਦੀ ਜਿਹੜੀ ਆ ਉਹ ਪਾਲਣਾ ਕਰੋ, ਤਾਂ ਕਿ ਅਸੀਂ ਸਾਰੇ ਜਾਣੇ ਇਸ ਲੜਾਈ ਦੇ ਨਾਲ ਜੋਸ਼ ਦੇ ਨਾਲ ਲੜ ਸਕੀਏ। ਲੋਕਾਂ ਤੋਂ ਦੂਰ ਰਹੋ, ਹਰ ਗੱਲ ਦੇ ਵਿੱਚ ਸਾਵਧਾਨੀ ਵਰਤੋ। ਘਰ ਦੇ ਵਿੱਚ ਤੁਸੀਂ ਬੈਠੇ ਹੋ, ਬਾਰ-ਬਾਰ ਹੱਥ ਧੋਵੋ ਹਨਾ, ਮਾਸਕ ਜ਼ਰੂਰ ਲਗਾਓ। ਬਾਹਰ ਜਾਂਦੇ ਹੋ, ਕਿਸੇ ਵੀ ਚੀਜ਼ ਨੂੰ ਤੁਸੀਂ ਲੈ ਕੇ ਆਉਂਦੇ ਹੋ, ਤੁਸੀਂ ਡਾਇਰੀ ਤੋਂ ਦੁੱਧ ਲੈ ਕੇ ਆਉਂਦੇ ਹੋ, ਜਾਂ ਕਰਿਆਨੇ ਦਾ ਕੋਈ ਸਮਾਨ ਲੈ ਕੇ ਆਉਂਦੇ ਹੋ, ਜਾਂ ਤੁਸੀਂ ਸਬਜ਼ੀ ਲੈਂਦੇ ਹੋ, ਤਾਂ ਉਹਨੂੰ ਪਲੀਜ਼ ਉਹਨੂੰ ਚੰਗੀ ਤਰ੍ਹਾਂ ਧੋਵੋ। ਔਰ ਹੱਥ ਤੁਸੀਂ ਆਪਣੇ ਬਾਰ-ਬਾਰ ਧੋਵੋ। ਔਰ ਗੇਟ ਨੂੰ ਜਦੋਂ ਵੀ ਤੁਸੀਂ ਹੱਥ ਲਗਾਉਂਦੇ ਹੋ ਉਹਨੂੰ ਵੀ ਸੈਨੀਟਾਈਜ਼ ਕਰੋ ਹੈ ਨਾ। ਰਿਮੋਟ ਅਸੀਂ ਬਾਰ-ਬਾਰ TV ਚਲਾਉਂਦੇ ਹਾਂ, ਉਹਨੂੰ ਵੀ ਸੈਨੀਟਾਈਜ਼ ਕਰੋ। ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਓ। ਘਰ ਬੈਠ ਕੇ ਤੁਸੀਂ TV ਦੇਖ ਸਕਦੇ ਹੋ ਹੈ ਨਾ। ਜਿੱਦਾਂ ਮੇਰਾ ਮਿਊਜ਼ਿਕ, ਮੇਰੀ ਲਾਈਨ ਹੈਗੀ ਆ, ਮੈਂ ਘਰੇ ਬੈਠ ਕੇ ਰਿਆਜ਼ ਕਰ ਸਕਦਾ ਹੈ ਨਾ। ਅੱਛਾ ਲਿਖੋ, ਕੁਛ ਅੱਛਾ ਸੋਚੋ। ਪਰਮਾਤਮਾ ਦੇ ਚਰਨਾਂ ਦੇ ਵਿੱਚ ਸਵੇਰੇ ਦਰਬਾਰ ਸਾਹਿਬ ਤੋਂ ਕੀਰਤਨ ਹੁੰਦਾ, ਸ਼ਾਮ ਨੂੰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਕੀਰਤਨ ਹੁੰਦਾ, ਉਹਦਾ ਆਨੰਦ ਲਓ। ਕਿਉਂਕਿ ਅਸੀਂ ਉੱਥੇ ਨਹੀਂ ਜਾ ਸਕਦੇ, ਘਰੇ ਬੈਠ ਕੇ ਅਸੀਂ ਸਿਰ ਦੇ ਉੱਤੇ ਰੁਮਾਲ ਲੈ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ, ਆਪਣੀ ਰੂਹ ਨੂੰ ਉੱਥੇ ਤੱਕ ਪਹੁੰਚਾਓ, ਉੱਥੇ ਅਰਦਾਸ ਕਰੋ। ਅਤੇ ਵੈਸ਼ਨੋ ਦਰਬਾਰ ਤੋਂ ਕੀਰਤਨ ਆਉਂਦਾ ਆ ਹੈ ਨਾ, ਲਾਈਵ ਆਉਂਦਾ ਆ MH1 ਦੇ ਉੱਤੇ, ਤੁਸੀਂ ਉੱਥੇ ਦਰਸ਼ਨ ਕਰੋ, ਉੱਥੇ ਹਾਜ਼ਰੀ ਲਗਾਓ, ਅਰਦਾਸ ਕਰੋ ਮਾਤਾ ਰਾਣੀ ਨੂੰ। ਮਤਲਬ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਸੀਂ ਰਹੋ। ਘਰ ਦੇ ਵਿੱਚ ਰਹਿ ਕੇ ਇਹ ਨਹੀਂ ਹੈਗਾ ਵੀ ਅਸੀਂ ਅੱਜ ਪਕੌੜੇ ਬਣਾ ਲਏ। ਹਲਕਾ ਤੋਂ ਹਲਕਾ ਖਾਣਾ ਲਓ, ਨਿੰਬੂ ਜ਼ਰੂਰ ਪੀਓ, ਉਬਲਿਆ ਹੋਇਆ ਪਾਣੀ ਪੀਓ। ਸਵੇਰੇ ਉੱਠ ਕੇ ਆਪਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਆਪਣੇ ਬੱਚਿਆਂ ਨੂੰ, ਇਹ ਕਿਉਂਕਿ ਮੌਸਮ ਬਦਲ ਗਿਆ ਹੈ ਨਾ, ਇਸ ਮੌਸਮ ਦੇ ਵਿੱਚ ਸਾਡਾ ਦਿਲ ਕਰਦਾ ਅਸੀਂ ਠੰਡਾ ਪਾਣੀ ਪੀਏ। ਬਾਜ਼ਾਰੂ ਚੀਜ਼ਾਂ ਜਿੰਨੀਆਂ ਜਿੱਦਾਂ ਬੱਚੇ ਖਾਂਦੇ ਆ, ਆਹ ਕੁਰਕੁਰੇ, ਫਨ ਪੌਪ, ਮਤਲਬ ਇਹ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ, ਕਿਉਂਕਿ ਬੱਚਿਆਂ ਨੂੰ ਆਦਤ ਹੈ ਇਸ ਤੋਂ ਬਾਅਦ ਪਾਣੀ ਪੀਣ ਦੀ। ਪਾਣੀ ਪੀਣਗੇ ਬੱਚੇ, ਸਾਡਾ ਗਲਾ ਖਰਾਬ ਹੋਏਗਾ ਔਰ ਸਾਨੂੰ ਖੰਘ ਲੱਗੇਗੀ। ਸੋ ਇੱਦਾਂ ਦੇ ਸੰਕਰਮਣ ਪੈਦਾ ਹੀ ਨਾ ਹੋਣ। ਆਪ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ, ਅਤੇ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਨੂੰ ਵੀ ਤੁਸੀਂ ਫੋਨ ਦੇ ਉੱਤੇ ਇਹ ਚੀਜ਼ ਕਲੀਅਰ ਕਰੋ। ਕਿਸੇ ਨੂੰ ਵੀ ਮਿਲ ਨਾ ਜਾਓ। ਜੇ ਤੁਸੀਂ, ਬਹੁਤ ਸਾਰੇ ਲੋਕਾਂ ਨੇ ਤਾਂ ਮੈਂ ਦੇਖਿਆ ਆਪਣੇ ਘਰ ਦੇ ਬਾਹਰ ਇੱਕ ਬੈਨਰ ਲਗਾਇਆ ਹੋਇਆ ਵੀ ਸਾਡੇ ਘਰੇ ਪਲੀਜ਼ ਨੋ ਐਂਟਰੀ। ਮੈਂ ਉਹਨਾਂ ਦੀ ਗੱਲ ਦੇ ਉੱਤੇ ਬਹੁਤ ਜ਼ਿਆਦਾ ਮੈਂ ਖੁਸ਼ ਹੋਇਆ ਵੀ ਇਹ ਚੰਗਾ ਇੱਕ ਸੰਕੇਤ ਹੈ। ਬਹੁਤ ਸਾਰੇ ਲੋਕਾਂ ਨੇ ਆਪਣੀਆਂ ਗਲੀਆਂ ਦੇ ਬਾਹਰ ਰੱਸੀਆਂ ਦੇ ਨਾਲ ਜਾਂ ਮਤਲਬ ਇੱਦਾਂ ਦੇ ਬਾਂਸ ਲਗਾ ਕੇ ਉਹਨਾਂ ਨੂੰ ਬੰਦ ਕੀਤਾ ਹੋਇਆ, ਤਾਂ ਕਿ ਕੋਈ ਬਾਹਰਲੇ ਲੋਕ ਜਿਹੜੇ ਆ ਉਹ ਤੁਹਾਡੀ ਗਲੀ ਦੇ ਵਿੱਚ ਨਾ ਆਉਣ। ਬਹੁਤ ਇੱਕ ਦਿਨ ਮੈਂ ਦੇਖਿਆ ਸਾਡੀ ਗਲੀ ਦੇ ਵਿੱਚ ਇੱਕ ਸਬਜ਼ੀ ਵਾਲਾ ਜਾ ਰਿਹਾ ਸੀਗਾ, ਅਤੇ ਉਹਦੇ ਮੂੰਹ ਦੇ ਵਿੱਚ ਪਾਨ ਪਾਇਆ ਹੋਇਆ ਸੀ। ਅਤੇ ਉਹਨੇ ਜਦੋਂ, ਉਹਨੂੰ ਆਦਤ ਹੁੰਦੀ ਆ ਥੁੱਕਣ ਦੀ, ਅਤੇ ਉਹਨੇ ਜਦੋਂ ਧਰਤੀ ਦੇ ਉੱਤੇ ਥੁੱਕਿਆ, ਮੈਨੂੰ ਬਹੁਤ ਜ਼ਿਆਦਾ ਮਤਲਬ ਇਸ ਚੀਜ਼ ਦੇ ਉੱਤੇ ਗੁੱਸਾ ਚੜਿਆ। ਕਾਰਨ ਕੀ ਆ, ਇਹ ਲੋਕ ਸੋਸ਼ਲ ਦੇ ਨਾਲ ਨਹੀਂ ਜੁੜੇ ਹੋਏ, ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਅੱਜ ਜਿਹੜਾ ਆ ਮਾਹੌਲ ਕੀ ਚੱਲ ਰਿਹਾ।
ਕਈਆਂ ਕੰਟਰੀਆਂ ਦੇ ਵਿੱਚ ਤੁਸੀਂ ਖੰਘਦੇ ਹੋ, ਛਿੱਕ ਮਾਰਦੇ ਹੋ ਜਾਂ ਤੁਸੀਂ ਥੁੱਕਦੇ ਹੋ ਤਾਂ ਉਹਦੇ ਉੱਤੇ ਬਹੁਤ ਵੱਡਾ ਤੁਹਾਨੂੰ ਜੁਰਮਾਨਾ ਆ ਔਰ ਸਜ਼ਾ ਵੀ ਹੈ। ਸਾਡੀ ਲਾਈਟਲੀ ਚੀਜ਼ਾਂ ਲੋਕ ਲੈਂਦੇ ਨੇ ਹਨਾ, ਸੋ ਲਾਈਟਲੀ ਨਹੀਂ ਲੈਣਾ ਚਾਹੀਦਾ। ਤੁਸੀਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਤੁਸੀਂ ਅਗਲੇ ਨੂੰ ਕਹਿ ਵੀ ਸਕਦੇ ਹੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕਿਉਂਕਿ ਪਤਾ ਨਹੀਂ ਕਿਹਦੇ ਅੰਦਰ ਕਿੱਦਾਂ ਦੇ ਸੰਕਰਮਣ ਨੇ ਹਨਾ, ਉਹ ਕਿਹੜਾ ਬੰਦਾ ਇਹਦੇ ਵਿੱਚ ਇਹਦੀ ਚਪੇਟ ਦੇ ਵਿੱਚ ਆ ਜਾਵੇ। ਸੋ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਇਸ ਲੜਾਈ ਦੇ ਵਿੱਚ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਖਿਆਲ ਰੱਖਣਾ। ਹੁਣ ਸਾਡੀ ਗਵਰਨਮੈਂਟ ਕਹਿੰਦੀ ਹੈ ਵੀ ਤੁਸੀਂ ਮਾਸਕ ਲਗਾਓ। ਮਾਸਕ ਕਿਉਂ ਲਗਾਓ? ਕਿਉਂਕਿ ਇਹ ਹਵਾ ਦੇ ਵਿੱਚ ਨਹੀਂ ਫੈਲਦਾ। ਜਦੋਂ ਕੋਈ ਛਿੱਕਦਾ ਆ, ਜਦੋਂ ਕੋਈ ਖੰਘਦਾ ਆ ਤਾਂ ਉਹਦੇ ਜਿਹੜੇ ਸਿੰਪਟਮ ਨੇ ਉਹ ਸਾਡੇ ਅੰਦਰ, ਸਾਡੀ ਬੋਡੀ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਆ। ਤੇ ਇਸ ਕਰਕੇ ਤੁਸੀਂ ਦੂਰੀ ਬਣਾ ਕੇ ਰੱਖੋ ਹਨਾ, ਡਿਸਟੈਂਸ, ਸੋਸ਼ਲ ਡਿਸਟੈਂਸ। ਤੁਸੀਂ ਕਿਸੇ ਦੇ ਨੇੜੇ ਨਾ ਖੜੋ, ਉਹਦੇ ਤੋਂ ਦੂਰੀ ਬਣਾ ਕੇ ਰੱਖੋ। ਮਾਸਕ ਲਗਾਓ। ਅਗਰ ਤੁਹਾਡੇ ਕੋਲ ਮਾਸਕ ਨਹੀਂ ਹੈਗਾ ਤਾਂ ਤੁਸੀਂ ਆਪਣੇ ਮੂੰਹ ਦੇ ਉੱਤੇ ਰੁਮਾਲ ਦੇ ਨਾਲ, ਜਿੱਦਾਂ ਸਾਡੀ ਸਰਕਾਰ ਕਹਿ ਰਹੀ ਆ ਉਸ ਤਰੀਕੇ ਦੇ ਨਾਲ ਹਰ ਜਿਹੜਾ ਚੀਜ਼ ਜਿਹੜੀ ਆ ਜਿਹਦੇ ਨਾਲ ਅਸੀਂ ਇਸ ਚੀਜ਼ ਨਾਲ ਕਵਰ ਕਰ ਸਕਦੇ ਹਾਂ ਉਹ ਸਾਨੂੰ ਕਰਨਾ ਚਾਹੀਦਾ। ਜਿੱਦਾਂ ਕਹਿੰਦੇ ਆ ਵੀ ਗਰਮੀ ਦੇ ਵਿੱਚ ਇਹ ਜਿਹੜਾ ਆ ਅਸਰ ਘੱਟ ਕਰਦਾ। ਸੋ ਭਾਵੇਂ ਹੁਣ ਧੁੱਪ ਜ਼ਿਆਦਾ ਨਿਕਲਦੀ ਆ ਪਰ ਤੁਸੀਂ ਫਿਰ ਵੀ ਪ੍ਰਕਿਰਤੀ ਜਿਹੜੀ ਹੈ ਸਾਡੀ ਹੈ ਉਹਦਾ ਜਿਹੜਾ ਧੁੱਪ ਦਾ ਆਨੰਦ ਜ਼ਰੂਰ ਲਓ। ਆਪਣੀ ਬੋਡੀ ਨੂੰ ਥੋੜੀ ਹੀਟ ਦਿਓ, ਧੁੱਪ ਦੇ ਵਿੱਚ ਬੈਠੋ। ਸਵੇਰੇ ਸ਼ਾਮ ਥੋੜਾ ਜਿਹਾ ਤੁਸੀਂ ਆਪਣੀ ਬੋਡੀ ਨੂੰ ਧੁੱਪ ਦੇ ਵਿੱਚ ਬੈਠ ਕੇ ਥੋੜਾ ਜਿਹਾ ਟਾਈਮ ਮਤਲਬ ਧੁੱਪੇ ਜ਼ਰੂਰ ਬੈਠੋ, ਕਿਉਂਕਿ ਬਹੁਤ ਸਾਰੀਆਂ ਕੰਟਰੀਆਂ ਐਸੀਆਂ ਨੇ ਜਿੱਥੇ ਬਹੁਤ ਜ਼ਿਆਦਾ ਠੰਡ ਹੈ, ਜਿੱਥੇ ਬਰਫ਼ ਪੈਂਦੀ ਆ, ਉੱਥੇ ਧੁੱਪ ਨਿਕਲਦੀ ਨਹੀਂ, ਉਹ ਲੋਕ ਤਰਸਦੇ ਆ। ਸੋ ਸਾਡੇ ਕੋਲ ਕੁਦਰਤ ਦੀ ਹਰ ਮੌਸਮ ਦੇ ਹਿਸਾਬ ਦੇ ਨਾਲ ਸਾਡੇ ਕੋਲ ਕੁਝ ਐਸੀਆਂ ਚੀਜ਼ਾਂ ਸਾਨੂੰ ਬਖਸ਼ੀਆਂ ਹੋਈਆਂ ਨੇ ਜਿਹੜੀਆਂ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਹੈਗੀਆਂ। ਸੋ ਤੁਸੀਂ ਧੁੱਪ ਦੇ ਵਿੱਚ ਜ਼ਰੂਰ ਬੈਠੋ। ਤੇ ਬਸ ਮੇਰਾ ਹੱਥ ਜੋੜ ਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ, ਆਪਣੇ ਘਰ ਦੇ ਵਿੱਚ ਰਹੋ, ਬਾਹਰ ਨਾ ਨਿਕਲੋ ਬੇਵਜ੍ਹਾ। ਕਿਉਂਕਿ ਅਸੀਂ ਬਾਹਰ ਨਿਕਲਦੇ ਹਾਂ ਤਾਂ ਅਸੀਂ ਬਾਹਰੋਂ, ਕਿਉਂਕਿ ਰੋਗ ਐਸਾ ਆ ਕਿਸੇ ਦੇ ਘਰੇ ਐਂਟਰੀ ਨਹੀਂ ਕਰਦਾ, ਅਸੀਂ ਬਾਹਰੋਂ ਇਹਨੂੰ ਲੈਣ ਜਾਂਦੇ ਹਾਂ। ਸੋ ਉਹਦੇ ਨਾਲ ਹਜ਼ਾਰਾਂ ਲੱਖਾਂ ਲੋਕਾਂ ਦੇ ਵਿੱਚ ਇਹ ਇੱਕ ਦੂਸਰੇ ਦੇ ਨਾਲ ਬਿਮਾਰੀ ਵੱਧਦੀ ਆ। ਸੋ ਪਲੀਜ਼ ਆਪਣੇ ਘਰ ਦੇ ਵਿੱਚ ਰਹੋ, ਕਿਉਂਕਿ ਉਹਦੇ ਨਾਲ ਤੁਸੀਂ ਲੋਕਾਂ ਨੂੰ ਵੀ ਕਸ਼ਟ ਪਹੁੰਚਾਓਗੇ ਤੇ ਆਪਣੇ ਪਰਿਵਾਰ ਨੂੰ ਵੀ ਕਸ਼ਟ ਪਹੁੰਚਾਓਗੇ। ਖੁਦ ਤਾਂ ਅਸੀਂ ਗਿਰਨਾ ਹੀ ਹੈ ਤਾਂ ਦੂਸਰੇ ਨੂੰ ਵੀ ਲੈ ਕੇ ਮਰਾਂਗੇ। ਜਿੱਦਾਂ ਕਹਿੰਦੇ ਨਹੀਂ ਹੁੰਦੇ, ਆਪ ਤਾਂ ਮਰਨਾ ਸੀ, ਦੂਜੇ ਨੂੰ ਵੀ ਲੈ ਕੇ ਮਰਿਆ। ਲੋਕਡਾਊਨ ਦਾ ਮਤਲਬ ਇਹ ਹੈ ਵੀ ਅਸੀਂ ਕਿਸੇ ਨੂੰ ਨਹੀਂ ਮਿਲਣਾ। ਲੋਕਡਾਊਨ ਦਾ ਮਤਲਬ ਅਸਲ ਦੇ ਵਿੱਚ ਇਹੀ ਹੈ ਵੀ ਅਸੀਂ ਕਿਸੇ ਨੂੰ ਨਹੀਂ ਮਿਲਣਾ। ਜੇ ਅਸੀਂ ਲੋਕਡਾਊਨ ਦੇ ਵਿੱਚ ਵੀ ਲੋਕਾਂ ਨੂੰ ਮਿਲਦੇ ਹਾਂ ਤਾਂ ਫਿਰ ਜਿੱਦਾਂ ਬਾਕੀ ਦੇਸ਼ਾਂ ਦਾ ਹਾਲ ਹੋਇਆ ਸਾਡਾ ਵੀ ਉਹੀ ਹੋਣੇ ਵਾਲਾ ਹੈ। ਸੋ ਪਲੀਜ਼ ਸਟੇ ਹੋਮ, ਸਟੇ ਸੇਫ। ਕਿਉਂਕਿ ਜਿਹੜੇ ਲੋਕ ਇਹਦੇ ਸ਼ਿਕਾਰ ਨੇ ਉਹ ਤੋਂ ਅਗਰ ਅਸੀਂ ਮਿਲਦੇ ਹਾਂ ਤਾਂ ਦੂਸਰਿਆਂ ਤੱਕ ਪਹੁੰਚਦੀ ਹੈ ਹਨਾ। ਇਹ ਜਿਹੜਾ ਕਰੋਨਾ ਵਾਇਰਸ ਇਹ ਦੂਸਰਿਆਂ ਤੱਕ ਪਹੁੰਚਦਾ ਤੇ ਇੱਦਾਂ ਹੀ ਇਹ ਫਿਰ ਇਹਦੀ ਜਿਹੜੀ ਆ ਸੰਖਿਆ ਜਿਹੜੀ ਹੈ ਉਹਨੂੰ ਵਧਣ ਤੋਂ ਅਸੀਂ ਰੋਕ ਹੀ ਨਹੀਂ ਸਕਦੇ। ਫਿਰ ਲੋਕਡਾਊਨ ਦਾ ਕੋਈ ਬਣਦਾ ਹੀ ਨਹੀਂ ਹੈਗਾ, ਤੁਕ ਹੀ ਨਹੀਂ ਬਣਦਾ। ਇਸ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬੜੀਆਂ ਆਫਤਾਂ ਆਈਆਂ, ਬੜੀਆਂ ਅਸੀਂ ਲੜਾਈਆਂ ਲੜੀਆਂ ਤੇ ਸਾਡੀ ਸੰਸਕ੍ਰਿਤੀ ਹੈ ਵੀ ਜਦੋਂ ਸਾਡੀ ਗੱਲ ਦੇਸ਼ ਦੀ ਆ ਜਾਵੇ, ਜਦੋਂ ਕੌਮ ਦੀ ਆ ਜਾਵੇ, ਜਦੋਂ ਧਰਮ ਦੀ ਆ ਜਾਵੇ, ਉਦੋਂ ਅਸੀਂ ਸਾਰੇ ਇੱਕ ਹੋ ਜਾਂਦੇ ਹਾਂ। ਸੋ ਅੱਜ ਸਾਨੂੰ ਇੱਕ ਹੋਣ ਦੀ ਲੋੜ ਹੈ। ਸਾਨੂੰ ਸਰਕਾਰ ਦੇ ਦੱਸੇ ਹੋਏ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ ਤੇ ਅੱਜ ਸਾਰੇ ਮਿਲ ਕੇ ਤੁਸੀਂ ਇਸ ਲੋਕਡਾਊਨ ਦਾ ਪਾਲਣ ਕਰੋ ਤਾਂ ਕਿ ਇਹ ਜਿਹੜਾ ਰੋਗ ਹੈ ਇਹਦੀ ਚੇਨ ਟੁੱਟ ਜਾਵੇ, ਇਹ ਅੱਗੇ ਨਾ ਵਧੇ। ਕਿਉਂਕਿ ਸਾਡੇ ਕੰਮਕਾਰ ਜਿਹੜੇ ਹਾਲਾਤ ਨੇ ਉਹ ਬਹੁਤ ਜ਼ਿਆਦਾ ਬੱਤਰ ਹੋ ਚੁੱਕੇ ਨੇ। ਪਤਾ ਨਹੀਂ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਏਗਾ। ਸੋ ਘੱਟੋ ਘੱਟ ਅਸੀਂ ਆਪਣੇ ਲੋਕਾਂ ਨੂੰ ਤਾਂ ਬਚਾ ਲਈਏ, ਆਪਣਿਆਂ ਨੂੰ ਤਾਂ ਬਚਾ ਲਈਏ। ਤੁਸੀਂ ਆਪਣੇ ਨੂੰ ਬਚਾ ਕੇ ਰੱਖੋ, ਕਿਉਂਕਿ ਜਦੋਂ ਸਾਡੇ ਦੇਸ਼ ਦੀ ਗੱਲ ਹੁੰਦੀ ਹੈ ਫਿਰ ਅਸੀਂ ਮਜ਼ਹਬ, ਜਾਤੀ, ਹਿੰਦੂ, ਮੁਸਲਿਮ, ਸਿੱਖ, ਈਸਾਈ ਨਹੀਂ ਦੇਖਦੇ, ਕਿਸੇ ਮਜ਼ਹਬ ਨੂੰ ਵਿੱਚ ਨਹੀਂ ਲੈ ਕੇ ਆਉਂਦੇ। ਉਦੋਂ ਅਸੀਂ ਦੇਸ਼ ਦੇ ਲਈ ਜਦੋਂ ਕੁਝ ਕਰਨਾ ਹੋਵੇ ਫਿਰ ਸਾਰੇ ਅਸੀਂ ਇੱਕ ਹੋ ਜਾਂਦੇ।
ਸੋ ਪਲੀਜ਼ ਆਓ ਇਸ ਮਹੱਤਵਪੂਰਨ ਕਦਮ ਨੂੰ ਅੱਗੇ ਵਧਾਈਏ, ਅਸੀਂ ਸਾਰੇ ਜਾਣੇ ਆਪਣਿਆਂ ਨੂੰ ਬਚਾ ਸਕੀਏ। ਜੈ ਹਿੰਦ, ਜੈ ਭਾਰਤ। ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਕੁਲਵਿੰਦਰ ਮੂਸਾਪੁਰੀਆ। ਪਲੀਜ਼ ਮੇਰੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਕਿ ਸਾਡੀਆਂ ਸਾਰੀਆਂ ਅਪਡੇਟਸ ਜਿਹੜੀਆਂ ਨੇ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਣ।